ਰਾਜਨੀਤਿਕ ਤੌਰ ਤੇ ਉੱਪਰ ਹੋਣ ਦੇ ਵਿੱਚ ਆਇਆ ਅਕਾਲੀ ਦਲ ਜਿਹੜਾ ਹੈ ਉਹ ਉਸ ਗੱਲ ਦੇ ਨਾਲ ਹੀ ਬ੍ਰਾਹਮਣਵਾਦ ਦੀ ਚਾਲ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਨਨਕਾਣਾ ਸਾਹਿਬ ਦੇ ਉੱਪਰ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਹੈ ਤੇ ਮਹਾਤਮਾ ਗਾਂਧੀ, ਮੈਂ ਮਹਾਤਮਾ ਸ਼ਬਦ ਦੀ ਵਰਤੋਂ ਨਹੀਂ ਕਰੂੰਗਾ ਇੱਥੇ, ਮੋਹਨਦਾਸ ਕਰਮਚੰਦ ਗਾਂਧੀ ਇੱਕ ਬਿਆਨ ਦਿੰਦਾ ਹੈ ਕਿ ਹੁਣ ਤਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਅੱਧੀ ਜਿੱਤੀ ਗਈ ਹੈ। ਉਹ ਜਿਹੜੀ ਅੱਧੀ ਲੜਾਈ ਜਿੱਤੀ ਗਈ ਦੀ ਵਿਚਾਰਧਾਰਾ ਦਾ ਬਿਆਨ ਹੈ, ਸਾਡੀ ਰਾਜਨੀਤਿਕ ਤੇ ਧਾਰਮਿਕ ਲੀਡਰਸ਼ਿਪ ਸਮਝ ਨਹੀਂ ਸਕੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਸਾਡੇ ਆਪਣੇ ਖਾਲਸਾ ਸਰਕਾਰ ਦੇ ਖੁੱਸੇ ਰਾਜ ਦੀ ਲੜਾਈ ਜਿਹੜੀ ਸੀ ਉਹ ਰਾਸ਼ਟਰਵਾਦ ਦੇ ਦਾਇਰੇ 'ਚ ਹਿੰਦੂਤਵ ਨੂੰ ਆਜ਼ਾਦ ਕਰਾਉਣ ਦੀ ਲੜਾਈ ਬਣ ਗਈ। ਜਿਹਨੂੰ ਉਹ ਆਜ਼ਾਦੀ ਦੀ ਲੜਾਈ ਸਮਝ ਰਹੇ ਸੀ ਉਹ ਅੰਗਰੇਜ਼ਾਂ ਦੀ ਗੁਲਾਮੀ ਤੋਂ ਬ੍ਰਾਹਮਣ ਦੀ ਗੁਲਾਮੀ 'ਚ ਜਾਣ ਦਾ ਇੱਕ ਰਸਤਾ ਸੀ। ਬਿਲਕੁਲ ਉਸੇ ਤਰ੍ਹਾਂ ਅਸੀਂ ਕਹਿੰਦੇ ਕਿ ਸ਼ਾਇਦ ਅੱਜ ਅਸੀਂ ਸਿਆਣੇ ਹੋ ਗਏ ਹਾਂ, ਨਹੀਂ, ਰਾਜਨੀਤਿਕ ਤੌਰ ਤੇ ਅਸੀਂ ਅਜੇ ਇਹਨਾਂ ਵਰਤਾਰਿਆਂ ਦਾ ਅਧਿਐਨ ਕਰਨਾ ਨਹੀਂ ਸ਼ੁਰੂ ਕੀਤਾ। ਤੁਹਾਨੂੰ ਪਤਾ ਲੱਗਾ ਕਿਹੜੇ ਵੇਲੇ ਸਿੱਖਾਂ ਦੀ ਸ਼ਹੀਦਾਂ ਦੀ ਇੱਕ ਮਹਾਨ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਕਦੋਂ ਚਲਦੀ ਚਲਦੀ ਬਾਦਲ ਦੇ ਨਾਮ ਦੇ ਉੱਪਰ ਚੋਣ ਕਮਿਸ਼ਨ 'ਚ ਰਜਿਸਟਰਡ ਹੋ ਗਈ ਤੇ ਜਿਹੜਾ ਤਕੜੀ ਚੋਣ ਨਿਸ਼ਾਨ ਹੈ ਉਹ ਹੁਣ ਤੁਹਾਡੇ ਪੰਥਕ ਅਕਾਲੀ ਦਾ ਨਹੀਂ, ਅਕਾਲੀ ਦਲ ਬਾਦਲ ਦਾ ਹੈ ਔਰ ਅਫੀਸ਼ੀਅਲੀ ਨਾਮ ਅਕਾਲੀ ਦਲ ਬਾਦਲ ਵਰਤਿਆ ਜਾਂਦਾ। ਨਹੀਂ ਅਸੀਂ ਸਮਝੇ ਇਸ ਗੱਲ ਨੂੰ, ਆ ਤੁਹਾਡੇ ਸਾਹਮਣੇ ਵਾਪਰਿਆ ਵਰਤਾਰਾ ਹੈ। ਔਰ ਜਿਸ ਵੇਲੇ ਬਰਨਾਲੇ ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਈ ਗਈ ਉਸ ਵੇਲੇ ਬਾਦਲ ਇਸ ਗੱਲ ਨੂੰ ਸਮਝ ਗਿਆ ਸੀ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਚਾਹੇ ਕਿਹੋ ਜਿਹਾ ਵੀ ਹੋਵੇ ਪਰ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਧਾਂਤਕ ਵਿਚਾਰਧਾਰਾ ਦਾ ਐਸਾ ਮਰਕਜ਼ ਹੈ ਕਿ ਜਿਹੜਾ ਇਸ ਦੇ ਖਿਲਾਫ ਬੋਲਦਾ ਹੈ ਜਾਂ ਜਿਹਨੂੰ ਇਹਦੇ ਤੋਂ ਸਜ਼ਾ ਸੁਣਾਈ ਜਾਂਦੀ ਹੈ ਪੰਥ ਦੇ ਵਿੱਚ ਉਹਦੀ ਪ੍ਰਭੂ ਸੱਤਾ ਕਾਇਮ ਨਹੀਂ ਰਹਿੰਦੀ। ਸੋ ਉਸ ਨੇ ਪਹਿਲਾ ਨਿਸ਼ਾਨਾ ਹੀ ਇਹ ਬਣਾਇਆ ਕਿ ਅਕਾਲ ਤਖਤ ਸਾਹਿਬ ਦੀ ਧਾਰਮਿਕ ਸੱਤਾ ਨੂੰ ਆਪਣੇ ਕਬਜ਼ੇ 'ਚ ਕੀਤਾ ਜਾਵੇ। ਅਜੇ ਤੱਕ ਹੈ, ਅਜੇ ਤੱਕ ਹੈ। ਹੁਣ ਕੀ ਸਾਨੂੰ ਸਮਝ ਲੱਗੀ ਕਿ ਕਿਹੜੇ ਵੇਲੇ ਚੱਲਦਿਆਂ ਚੱਲਦਿਆਂ ਸਾਡਾ ਧਾਰਮਿਕ ਮਰਕਜ਼ ਜਿਹੜਾ ਸੀ ਇੱਕ ਰਾਜਸੀ ਪਾਰਟੀ ਦੇ ਅਧੀਨ ਆ ਗਿਆ ਤੇ ਸਿੱਖਾਂ ਦੀ ਸਭ ਤੋਂ ਵੱਡੀ ਜਿਹੜੀ ਧਾਰਮਿਕ ਨੁਮਾਇੰਦਾ ਪਾਰਟੀ ਸੀ, ਜਿਹੜੀ ਰਾਜਨੀਤੀ ਦੀ ਗੱਲ ਕਰਦੀ ਸੀ, ਉਹ ਇੱਕ ਪਰਿਵਾਰ ਦੀ ਪਾਰਟੀ ਬਣ ਗਈ ਤੇ ਜਿਹੜਾ ਸਿੱਖਾਂ ਦੀ ਉਸ ਰਾਜਨੀਤਿਕ ਪਾਰਟੀ ਦਾ ਚੋਣ ਨਿਸ਼ਾਨ ਸੀ ਇੱਕ ਪਰਿਵਾਰ ਦਾ ਬਣ ਗਿਆ। ਕਿਸੇ ਵੀ ਦਲ ਨੇ, ਯੂਨਾਈਟਿਡ ਅਕਾਲੀ ਦਲ ਬਣਿਆ, ਅੰਮ੍ਰਿਤਸਰ ਅਕਾਲੀ ਦਲ ਬਣਿਆ, ਪੰਥਕ ਅਕਾਲੀ ਦਲ ਬਣਿਆ, ਸਰਬ ਹਿੰਦ ਅਕਾਲੀ ਦਲ ਬਣਿਆ, ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜਿਹੜਾ ਪੰਥ ਦਾ ਸਾਂਝੇ ਵਿਰਸੇ ਦਾ ਪ੍ਰਤੀਕ ਅਕਾਲੀ ਦਲ ਦਾ ਨਿਸ਼ਾਨਾ ਤੇ ਚੋਣ ਨਿਸ਼ਾਨ ਸੀ ਉਹ ਵਾਪਸ ਲਿਆ ਜਾਏ। ਅਣਗਹਿਲੀ ਕਵਾਂਗੇ ਜਾਂ ਫਿਰ ਕਵਾਂਗੇ ਰਾਜਨੀਤਿਕ ਤੌਰ ਤੇ ਅਸੀਂ ਚੇਤਨ ਨਹੀਂ ਹੋਏ ਅਜੇ ਤੱਕ। ਇਹਨਾਂ ਸਾਰੇ ਵਰਤਾਰੇ ਚਾਰ ਤਰ੍ਹਾਂ ਦੇ ਵਾਪਰੇ। ਇਹਨਾਂ ਚਾਰ ਤਰ੍ਹਾਂ ਦੇ ਵਰਤਾਰਿਆਂ ਦੇ ਵਿੱਚੋਂ ਜਿਹੜੀ ਦੇਸ਼ ਨੂੰ ਆਜ਼ਾਦੀ ਮਿਲਦੀ ਹੈ ਉਸ ਆਜ਼ਾਦੀ ਦਾ ਪਹਿਲਾ ਤੋਹਫਾ ਜਿਹੜਾ ਹੈ ਉਹ ਮਿਲਦਾ ਹੈ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ। ਸਿੱਖਾਂ ਨੂੰ ਜਰਾਇਮ ਪੇਸ਼ਾ ਕਿਹਾ ਜਾਂਦਾ ਹੈ। ਸੰਵਿਧਾਨ 1950 ਦੇ ਵਿੱਚ ਬਣਦਾ ਹੈ, ਲਾਗੂ ਹੁੰਦਾ ਹੈ, ਪਰ ਉਸ ਵੇਲੇ ਜਿਹੜੇ ਸਿੱਖ ਲੀਡਰ ਨੇ ਸਰਦਾਰ ਹੁਕਮ ਸਿੰਘ ਵਰਗੇ, ਸਰਦਾਰ ਭੁਪਿੰਦਰ ਸਿੰਘ ਵਰਗੇ, ਉਹਨਾਂ ਨੂੰ ਵਿਰੋਧਤਾ ਕਰਨੀ ਪੈਂਦੀ। ਕਿਉਂ? ਕਿਉਂਕਿ ਜਿਹੜੇ ਵਾਅਦੇ ਨਹਿਰੂ ਔਰ ਗਾਂਧੀ ਨੇ ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਦੇ ਦੌਰਾਨ ਕੀਤੇ ਸੀ ਉਹ ਸਾਰੇ ਖਤਮ ਹੋ ਚੁੱਕੇ ਸੀ। ਮਾਸਟਰ ਤਾਰਾ ਸਿੰਘ ਨੇ ਜਦੋਂ ਗਾਂਧੀ ਨੂੰ ਤੇ ਨਹਿਰੂ ਨੂੰ ਇੱਕ ਵਾਰੀ ਚੇਤਾ ਕਰਾਇਆ ਨਾ ਕਿ ਤੁਸੀਂ ਤੇ ਕਿਹਾ ਸੀ ਦੇਸ਼ ਆਜ਼ਾਦ ਹੋ ਲੈਣ ਦਿਓ, ਸਿੱਖਾਂ ਦੇ ਵਾਸਤੇ ਇੱਕ ਐਸਾ ਖੇਤਰ ਰਾਖਵਾਂ ਰੱਖਾਂਗੇ ਜਿੱਥੇ ਉਹ ਪੂਰਨ ਰੂਪ ਦੇ ਵਿੱਚ ਆਜ਼ਾਦੀ ਦਾ ਆਨੰਦ ਮਾਣ ਸਕਣਗੇ, ਪਰ ਹੁਣ ਤੁਸੀਂ ਸਾਨੂੰ ਉਹ ਇਲਾਕਾ ਕਦੋਂ ਦਿਓਗੇ? ਤੇ ਉਸ ਵੇਲੇ ਨਹਿਰੂ ਨੇ ਕਿਹਾ ਸੀ, ਮਾਸਟਰ ਜੀ ਉਹ ਜ਼ਮਾਨੇ ਔਰ ਥੇ, ਜੇ ਜ਼ਮਾਨੇ ਔਰ ਹੈ, ਅਬ ਭੂਲ ਜਾਈਏ। ਉਸ ਦਿਨ ਪਤਾ ਲੱਗਾ ਸੀ ਕਿ ਸੱਚਮੁੱਚ ਹੀ ਸਾਡੀ ਆਜ਼ਾਦੀ ਦੀ ਵਿਚਾਰਧਾਰਾ ਦੀ ਦਿਸ਼ਾ ਬਦਲੀ ਜਾ ਚੁੱਕੀ ਸੀ। ਰਾਜ ਸਾਡਾ ਗਿਆ ਸੀ, ਲੈ ਕੇ ਕਿਸੇ ਹੋਰ ਨੂੰ ਦਿੰਦੇ ਰਹੇ। ਗਵਾਚਾ ਖਾਲਸਾ ਰਾਜ ਸੀ, ਲੈ ਕੇ ਕਿਸੇ ਹੋਰ ਨੂੰ ਦਿੰਦੇ ਰਹੇ। ਔਰ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਐਸੀ ਪਾਰਟੀਸ਼ਨ ਸੀ ਜਿਹੜੀ ਪੰਜਾਬ ਦੀ ਹੋਈ ਤੇ ਜਿਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਵੀ ਉਹਨਾਂ ਸਿੱਖਾਂ ਦਾ ਹੋਇਆ ਜਿਹੜੇ ਸਰਹੱਦੀ ਸੂਬੇ ਦੀ ਆਜ਼ਾਦੀ ਦੇ ਵਾਸਤੇ ਲੜੇ ਸੀ। ਦੁਨੀਆ ਦੇ ਕਿਸੇ ਵੀ ਦੇਸ਼ ਦੀ ਵੰਡ ਦੇ ਦੌਰਾਨ ਇੰਨਾ ਵੱਡੀ ਕਤਲੋਗਾਰਤ ਨਹੀਂ ਹੋਈ। ਔਰ ਬਹੁਤ ਸਾਰੇ ਪੱਖ ਤੇ ਉਹ ਨੇ ਜਿਨ੍ਹਾਂ ਤੋਂ ਅਜੇ ਅਸੀਂ ਇਤਿਹਾਸਕ ਤੌਰ ਤੇ ਬਿਲਕੁਲ ਅਣਛੂਹੇ ਹਾਂ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਭਾਵੇਂ ਟੁਕੜੇ ਹੋ ਚੁੱਕੇ ਸੀ, ਪਰ ਜੰਮੂ ਕਸ਼ਮੀਰ ਅਜੇ ਵੱਖਰਾ ਰਾਜ ਸੀ। ਇਸ ਨੂੰ ਲਾਰਡ ਮਾਊਂਟਬੈਟਨ ਨੇ ਸਟੈਂਡ ਸਟਿਲ ਐਗਰੀਮੈਂਟ 'ਚ ਲਿਆਂਦਾ ਸੀ ਤੇ ਸਟੈਂਡ ਸਟਿਲ ਐਗਰੀਮੈਂਟ ਜਿਹੜਾ 27 ਅਕਤੂਬਰ ਤੱਕ ਰਿਹਾ ਤੇ 27 ਅਕਤੂਬਰ ਤੱਕ LOC ਬਣਾਉਣ ਦੇ ਵਾਸਤੇ
ਤੇ ਹਿੰਦੁਸਤਾਨ ਦੇ ਵਿਚਲੇ ਤੇ ਪਾਕਿਸਤਾਨ ਦੇ ਵਿਚਲੇ ਇਲਾਕਿਆਂ ਨੂੰ ਕਸ਼ਮੀਰ ਨੂੰ ਵੰਡਣ ਦੇ ਵਾਸਤੇ, ਇੱਕ ਜਿਸ ਨੂੰ ਅਸੀਂ ਮਕਬੂਜ਼ਾ ਕਸ਼ਮੀਰ ਕਹਿੰਦੇ ਆ, ਇਸ ਨੂੰ ਆਜ਼ਾਦ ਕਸ਼ਮੀਰ ਕਹਿੰਦੇ, ਇੱਕ ਪਾਕਿਸਤਾਨ ਦੇ ਕੋਲ ਅੱਧਾ ਹਿੱਸਾ, ਅੱਧਾ ਹਿੰਦੁਸਤਾਨ ਦੇ ਵਿੱਚ ਹੈ। ਇਸ ਇਲਾਕੇ ਦੇ ਐਬਟਾਬਾਦ ਤੋਂ ਲੈ ਕੇ ਅਤਨਾ ਬੇਰਵਾ ਤੱਕ 143 ਪਿੰਡ ਸਿੱਖਾਂ ਦੇ ਸੀ। ਇਹਨਾਂ 143 ਪਿੰਡਾਂ ਨੂੰ ਉਜਾੜਨ ਦੇ ਵਾਸਤੇ ਤੇ ਕਸ਼ਮੀਰ ਦੇ 2 ਟੁਕੜੇ ਕਰਨ ਦੇ ਵਾਸਤੇ ਨਹਿਰੂ ਤੇ ਜਿਨਾਹ ਦੀ ਸਾਜ਼ਿਸ਼ ਦੇ ਨਾਲ 33,700 ਸਿੱਖਾਂ ਨੂੰ 3 ਦਿਨਾਂ 'ਚ ਕਤਲ ਕੀਤਾ ਗਿਆ। ਇਤਿਹਾਸ ਦਾ ਕਿਤੇ ਹਿੱਸਾ ਨਹੀਂ ਬਣਿਆ। ਮੈਂ ਉਹਦੇ ਉੱਪਰ ਇੱਕ ਡਾਕੂਮੈਂਟਰੀ ਦਾ ਕੰਮ ਕਰ ਰਿਹਾ ਸੀ। ਇੱਕ ਬਜ਼ੁਰਗ ਸਰਦਾਰ ਠਾਕਰ ਸਿੰਘ ਹੁਣਾਂ ਦੇ ਬੇਟੇ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਕਿਰਪਾਨ ਅੱਜ ਵੀ ਮੇਰੀ ਲਾਇਬ੍ਰੇਰੀ 'ਚ ਪਈ ਹੈ। ਜਦੋਂ ਸਾਰਾ ਪਿੰਡ ਘੇਰਿਆ ਗਿਆ ਤਾਂ ਉਹਨਾਂ ਦੀ ਬੱਚੀ ਮੱਖਣ ਕੌਰ ਨੇ ਕਿਹਾ, ਪਿਤਾ ਜੀ, ਇਸ ਤੋਂ ਪਹਿਲਾਂ ਕਿ ਮੁਸਲਮਾਨ ਸਾਡੀ ਇੱਜ਼ਤ ਲੁੱਟ ਕੇ ਸਾਨੂੰ ਕਤਲ ਕਰਨ, ਸਾਨੂੰ ਆਪ ਹੀ ਕਤਲ ਕਰ ਦਿਓ। ਉਸ ਘਰ ਦੇ ਵਿੱਚ ਉਹਨਾਂ ਬਜ਼ੁਰਗਾਂ ਨੇ ਆਪਣੇ ਹੱਥੀਂ ਆਪਣੀਆਂ ਬੇਟੀਆਂ, ਭੈਣਾਂ, ਚਚੇਰੀਆਂ ਭੈਣਾਂ, ਮਾਮੇ ਦੀਆਂ ਬੇਟਾ ਔਰ ਟੋਟਲ 27 ਬੱਚਿਆਂ ਨੂੰ ਆਪਣੇ ਹੱਥੀਂ ਸਿਰ ਧੜ ਤੋਂ ਜੁਦਾ ਕਰ ਦਿੱਤੇ। ਔਰ ਉਸ ਤੋਂ ਬਾਅਦ ਉਹ ਆਪ ਉਹਨਾਂ ਕਬਾਇਲੀਆਂ ਦੇ ਨਾਲ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਇੰਨਾ ਵੱਡਾ ਵਿਰਸਾ, ਇੰਨਾ ਵੱਡਾ ਇਤਿਹਾਸਕ ਤੌਰ ਤੇ ਅਸੀਂ ਨੁਕਸਾਨ ਉਠਾਇਆ, ਤੇ ਜਿਸ ਦਿਨ ਅਸੀਂ ਉਸ ਆਜ਼ਾਦੀ ਦੇ ਵਾਰਿਸ ਬਣਨਾ ਸੀ, ਸਾਨੂੰ ਕਹਿ ਦਿੱਤਾ ਗਿਆ ਕ੍ਰਿਮੀਨਲ ਪ੍ਰੋਫੈਸ਼ਨ, ਜਰਾਇਮ ਪੇਸ਼ਾ ਕੌਮ। ਔਰ ਨਾਲ ਸ਼ਬਦ ਕੀ ਵਰਤੇ ਗਏ ਕਿ ਜਿਹੜੇ ਸ਼ਰੀਫ ਲੋਕ ਨੇ ਉਹਨਾਂ ਨੂੰ ਇਹਨਾਂ ਦੇ ਇਲਾਕਿਆਂ ਤੋਂ ਵੱਖਰਾ ਰੱਖਿਆ ਜਾਵੇ, ਇਹ ਜਰਾਇਮ ਪੇਸ਼ਾ ਲੋਕ ਨੇ। ਬੜੀ ਅਜੀਬ ਗੱਲ ਹੈ ਕਿ ਜਿਸ ਕੌਮ ਦੇ ਵਾਸਤੇ, ਜਿਸ ਕੌਮ ਦੀ ਧੋਤੀ ਦੇ ਵਾਸਤੇ, ਟੋਪੀ ਦੇ ਵਾਸਤੇ, ਜੰਜੂ ਦੇ ਵਾਸਤੇ, ਤਿਲਕ ਦੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਆਪਣੇ ਸੀਸ ਦਾ ਠੀਕਰਾ ਦਿੱਲੀ 'ਚ ਕੁਰਬਾਨ ਕਰ ਦਿੱਤਾ ਸੀ, ਤੇ ਉਸ ਕੌਮ ਦੇ ਨੁਮਾਇੰਦੇ ਕਹਿ ਰਹੇ ਸੀ ਕਿ ਇਹ ਸਾਡੇ ਵਾਸਤੇ ਕੁਰਬਾਨੀਆਂ ਕਰਨ ਵਾਲੇ ਅੱਜ ਜਰਾਇਮ ਪੇਸ਼ਾ ਨੇ। ਖੈਰ, ਸਿੱਖਾਂ ਨੇ ਸੰਘਰਸ਼ ਤੇ